सत श्री अकाल दोस्तों, तुसी देख रहे न्यूज़ टाइम पंजाब। पिछले 13 दिनों तो बाबा फरीद यूनीवर्सिटी ऑफ हैल्थ साइंस विच यूनीवर्सिटी अधीन आउंदे 7 ਦੇ करीब ਹਸਪਤਾਲਾਂ ਦੀ ਸਾਂਝੀ ਕਮੇਟੀ ਤੇ ਮੁਲਾਜ਼ਮਾਂ ਦਾ ਧਰਨਾ लगातार जारी है। ਇੱਥੇ पिछले दिनी सेहत मंत्री जोड़ा माजरा ने बाबा फरीद यूनीवर्सिटी ऑफ हैल्थ साइंस अधीन चल रहे गुरु गोबिंद सिंह मैडिकल हस्पताल ਦਾ बड़ी बारीकी नाल जायजा लिया ਅਤੇ इस मौके ਉਹ ਹਸਪਤਾਲ ਮਾੜੇ ਪ੍ਰਬੰਧਾਂ ਨੂੰ ਦੇਖ ਕੇ ਕਾਫੀ ਤਕਲੀਫ ਵਿੱਚ ਆ ਗਏ ਅਤੇ ਜ਼ਿਆਦਾ ਗੁੱਸੇ ਵਿੱਚ ਵੀ ਨਜ਼ਰ ਆਏ। ਹਸਪਤਾਲ ਵਿੱਚ ਇੱਕ ਚਮੜੀ ਵਾਰਡ ਵਿੱਚ ਇੱਕ ਬੈੱਡ ਤੇ ਪਏ ਗੱਦੇ ਦੀ ਮਾੜੀ ਹਾਲਤ ਨੂੰ ਦੇਖ ਕੇ ਤਾਂ ਉਸ ਨੇ ਵੀ ਉਸ ਨੂੰ उस बैड ते खुद लेटन लई कहा, जिस दी वीडियो काफ़ी वायरल हो रही है, जिसनूं लैके राजनीतिक पार्टियां ते कुछ डॉक्टरी जथेबंदियां सेहत मंत्री खिलाफ अते VC दे हक विच उतर आए हन। उन्हां नूं लैके पहलां तो ही अपणियां मंगां नूं लैके वाइस चांसलर दा तां विरोध विच प्रदर्शन करके ਹਸਪਤਾਲ ਦੇ ਮੁਲਾਜ਼ਮ ਹੁਣ VC ਦੇ ਹੱਕ ਵਿੱਚ ਬੋਲ ਅਤੇ ਮਿਲਣ ਵਾਲੇ ਰਾਜਨੀਤਿਕ ਪਾਰਟੀ ਦੇ ਲੀਡਰਾਂ ਖਿਲਾਫ ਹੋ ਗਏ ਹਨ, ਜਿਸ ਦੇ ਚੱਲਦਿਆਂ ਅੱਜ ਉਹਨਾਂ ਪੁਰਜ਼ੋਰ ਵਿਰੋਧ ਕਰਦਿਆਂ ਉਹਨਾਂ ਖਿਲਾਫ ਖੁੱਲ੍ਹ ਕੇ ਨਾਅਰੇਬਾਜ਼ੀ ਕੀਤੀ ਅਤੇ ਸਿਹਤ ਮੰਤਰੀ ਦੇ ਹੱਕ ਵਿੱਚ ਜਿੰਦਾਬਾਦ ਦੇ ਨਾਅਰੇ ਲਾਉਂਦੇ ਹੋਏ ਉਹਨਾਂ ਆਖਿਆ ਕਿ ਰਾਜਾ ਵੜਿੰਗ ਇੱਕ ਬਾਬਾ ਫਰੀਦ ਯੂਨੀਵਰਸਿਟੀ ਦੇ ਹੋਸਟਲ ਵਿੱਚ ਰਹਿ ਕੇ ਦੇਖਣ ਤਾਂ ਉਹਨਾਂ ਨੂੰ ਪਤਾ ਲੱਗ ਜਾਵੇਗਾ ਕਿ ਹੋਸਟਲ ਵਿੱਚ ਪ੍ਰਬੰਧ ਕਿੰਨੇ ਕੁ ਚੰਗੇ ਹਨ। ਤੁਸੀਂ ਦੇਖ ਰਹੇ ਹੋ ਨਿਊਜ਼ ਟਾਈਮ ਪੰਜਾਬ। ਨਿਊਜ਼ ਟਾਈਮ ਪੰਜਾਬ ਦੇ ਲਈ ਫਰੀਦਕੋਟ ਤੋਂ ਮਨਪ੍ਰੀਤ ਸਿੰਘ ਝੱਜ ਦੀ ਨਿਊਜ਼ ਟਾਈਮ ਲਈ ਖਾਸ ਰਿਪੋਰਟ। ਅਸੀਂ ਸਰ ਅੱਜ ਸੰਘਰਸ਼ 13ਵੇਂ ਦਿਨ ਤੋਂ ਬੈਠੇ ਹਾਂ ਇੱਥੇ ਅਤੇ ਸਾਡੀ ਜਿਹੜੀ ਹੈ ਲੋਕ ਹਿੱਤਾਂ ਨੂੰ ਲੈ ਕੇ ਅਸੀਂ ਇੱਥੇ ਸੰਘਰਸ਼ ਕਰ ਰਹੇ ਹਾਂ। ਅਸੀਂ ਇਸ ਹਸਪੀਟਲ ਦੀ ਅਪਗ੍ਰੇਡੇਸ਼ਨ ਚਾਹ ਰਹੇ ਹਾਂ, ਅਸੀਂ ਇੱਥੋਂ ਦੇ ਇਨਫਰਾਸਟਰਕਚਰ 'ਚ ਸੁਧਾਰ ਚਾਹ ਰਹੇ ਹਾਂ, ਅਸੀਂ ਇੱਥੇ ਹੋਰ ਡਾਕਟਰਾਂ ਦੀ ਸਟਾਫ ਦੀ ਨਿਯੁਕਤੀ ਚਾਹ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਇੱਥੇ ਜਿਹੜਾ ਭ੍ਰਿਸ਼ਟਾਚਾਰ ਐਡਮਿਨਿਸਟ੍ਰੇਸ਼ਨ 'ਚ ਫੈਲਿਆ ਹੋਇਆ ਹੈ ਉਸ 'ਤੇ ਨੱਥ ਪਾਈ ਜਾਵੇ ਅਤੇ ਜਿਹੜੀ ਇੱਕ ਇਨਕੰਪੀਟੈਂਟ ਮੈਨੇਜਮੈਂਟ ਦੀ ਗੱਲ ਬਾਰ-ਬਾਰ ਉੱਠ ਰਹੀ ਹੈ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਵਾਈਸ ਚਾਂਸਲਰ ਸਾਹਿਬ ਨੂੰ ਇੱਥੋਂ ਚੱਲਦਾ ਕੀਤਾ ਜਾਵੇ। ਤਾਂ ਮਾਨ ਸਾਹਿਬ ਤੋਂ ਅਸੀਂ ਬੇਨਤੀ ਕਰਦੇ ਸੀ ਕਿ ਜੇ ਲੋਕ ਲਹਿਰ ਜੋ ਇਹ ਬਣੀ ਹੈ VC ਸਾਹਿਬ ਦੇ ਖਿਲਾਫ, ਕਿਉਂਕਿ ਹਰ ਕੋਈ ਜਾਣੂ ਹੈ ਕਿ ਉਹਨਾਂ ਦੇ ਪ੍ਰਬੰਧ ਕਿੰਨੇ ਮਾੜੇ ਸੀ ਅਤੇ ਉਹਨਾਂ ਦੇ ਜਾਣ ਨਾਲ ਬੱਚਾ ਇਸ ਇਲਾਕੇ ਦਾ ਖੁਸ਼ ਹੈ, ਅਤੇ ਕਿਰਪਾ ਕਰਕੇ ਤੁਸੀਂ ਉਸ ਲੋਕ ਲਹਿਰ ਦਾ ਜਿਹੜਾ ਹੈ ਉਹਦਾ ਖਿਆਲ ਰੱਖਦੇ ਹੋਏ ਇਹਨਾਂ VC ਸਾਹਿਬ ਦਾ ਅਸਤੀਫਾ ਮਨਜ਼ੂਰ ਕਰ ਲਓ। ਇਹ ਸਾਰੀਆਂ ਅਫਵਾਹਾਂ ਨੇ। ਕੱਲ੍ਹ ਮਾਨ ਸਾਹਿਬ ਨੇ ਜੋ ਹੈ TV ਚੈਨਲ 'ਤੇ ਬੜਾ ਕਲੀਅਰ ਕਰ ਦਿੱਤਾ ਸੀ ਕਿ VC ਸਾਹਿਬ ਨੇ ਕੋਈ ਅਸਤੀਫਾ ਜਿਹੜਾ ਹੈ ਲਿਖਤੀ ਤੌਰ 'ਤੇ ਨਹੀਂ ਭੇਜਿਆ ਹੈ। ਜਿਹੜੀ ਅਸਤੀਫੇ ਦੀ ਗੱਲ ਹੋ ਰਹੀ ਹੈ ਉਹ ਹਵਾਈ ਹੈ। ਐਕਚੁਅਲੀ ਉਹ ਜਿਹੜੀ ਵਿਰੋਧੀ ਧਿਰ ਦੀ ਪਾਰਟੀ ਦੇ ਜਿਹੜੇ ਲੀਡਰਸ ਨੇ, ਜਿਹੜੇ ਅਕਾਲੀ ਦਲ ਔਰ ਕਾਂਗਰਸ ਔਰ BJP ਦੇ ਲੋਕ ਨੇ, ਇਹ ਉਹਨਾਂ ਵੱਲੋਂ ਉਡਾਈ ਗਈ ਅਫਵਾਹ ਹੈ। ਜਿਵੇਂ ਕਿ ਰਾਜ ਬਹਾਦਰ ਸਾਹਿਬ ਦੀ ਬੇਇੱਜ਼ਤੀ ਹੋਣ ਦੀ ਵੀ ਇੱਕ ਅਫਵਾਹ ਉਡਾਈ ਗਈ ਹੈ, ਜਦਕਿ ਉਹਨਾਂ ਨੇ ਮੰਨੀ ਨਹੀਂ ਸੀ ਬੇਇੱਜ਼ਤੀ। ਉਹ ਕੇਕ ਖਾ ਕੇ ਗਏ ਨੇ। ਉਸ ਤੋਂ ਬਾਅਦ ਉਹ ਸ਼ਾਮ ਨੂੰ ਜਦੋਂ ਇਹਨਾਂ ਦਾ ਪੋਲੀਟੀਕਲ ਏਜੰਡਾ ਸੈੱਟ ਹੋ ਗਿਆ
ਉਸ ਤੋਂ ਬਾਅਦ ਫਿਰ ਉਹਨੂੰ ਬੇਇੱਜ਼ਤੀ ਮਹਿਸੂਸ ਕਰਾ ਦਿੱਤੀ ਗਈ, ਉਹਨੂੰ ਬੇਇੱਜ਼ਤੀ ਕਰਾਰ ਦਿੱਤਾ ਗਿਆ। ਜਦਕਿ ਸਿਹਤ ਮੰਤਰੀ ਸਾਹਿਬ ਨੇ ਸਿਰਫ ਹਸਪਤਾਲ ਦੇ ਹਾਲਾਤਾਂ ਬਾਰੇ ਵੀਸੀ ਸਾਹਿਬ ਨੂੰ ਜਾਣੂ ਕਰਾਉਣ ਵਾਸਤੇ ਸਿਰਫ ਇਹਨਾਂ ਪੁੱਛਿਆ ਸੀ ਕਿ ਕੀ ਤੁਸੀਂ ਲੇਟਣਾ ਚਾਹੁੰਦੇ ਹੋ, ਉਹ ਲੇਟ ਗਏ। ਬਸ ਇਸੇ ਗੱਲ ਤੇ ਰੌਲਾ ਪੈ ਗਿਆ ਜੀ। ਸਰ ਧਰਨਾ ਤਾਂ ਤੁਹਾਡਾ ਪਿਛਲੀ ਵਾਰ ਵੀ ਚੱਲ ਰਿਹਾ ਸੀਗਾ, ਤੁਸੀਂ ਟੈਂਕੀ ਦੇ ਵੀ ਜਿਹੜੇ ਸੀਗੇ ਉਸ ਸਮੇਂ ਧਰਨਾ ਖਤਮ ਕਰਤਾ ਸੀਗਾ, ਕੀ ਤੁਹਾਨੂੰ ਵਿਸ਼ਵਾਸ ਦਵਾਇਆ ਗਿਆ ਸੀ ਉਸ ਸਮੇਂ ਧਰਨਾ ਖਤਮ ਕਰਨ ਦਾ? ਸਰ ਉਹ ਧਰਨਾ ਜੋ ਸੀਗਾ ਉਹ ਕਰਮਚਾਰੀਆਂ ਨੂੰ ਪੱਕੇ ਕਰਨ ਦਾ ਸੀਗਾ, ਜੋ ਚੰਨੀ ਸਰਕਾਰ ਵੇਲੇ ਕੈਪਟਨ ਸਰਕਾਰ ਵੇਲੇ ਜਿਹੜਾ ਹੋਇਆ ਸੀਗਾ। ਤੇ ਉਹ ਯੂਨੀਵਰਸਿਟੀ ਨੇ ਸਾਨੂੰ ਇਹੀ ਆਸ਼ਵਾਸਨ ਦਿੱਤਾ ਸੀ ਕਿ ਸਾਰੇ ਕਰਮਚਾਰੀਆਂ ਨੂੰ ਜੋ ਹੈ ਪੱਕਾ ਕਰ ਦਿੱਤਾ ਜਾਏਗਾ ਪਾਲਿਸੀ ਦੇ ਆਧਾਰ ਤੇ, ਪਰ ਉਹ ਜਿਹੜਾ ਹੈ ਉਸ ਵਾਸਤੇ ਕੋਈ ਇਨੀਸ਼ੀਏਸ਼ਨ ਨਹੀਂ ਲਿੱਤਾ ਗਿਆ। ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਜਿੱਥੇ ਫੰਡਾਂ ਦੀ ਕਮੀ ਦਾ ਰੋਣਾ ਰੋਇਆ ਜਾ ਰਿਹਾ ਹੈ, ਉੱਥੇ ਇਸ ਯੂਨੀਵਰਸਿਟੀ ਕੋਲ 200 ਕਰੋੜ ਦੇ ਲਗਭਗ ਦੀ ਐਫਡੀਆਂ ਪਈਆਂ ਨੇ। ਇਹੀ ਯੂਨੀਵਰਸਿਟੀ ਦੇ ਇਹੀ ਵਾਈਸ ਚਾਂਸਲਰ ਸਾਹਿਬ 2017 ਦੇ ਵਿੱਚ 39 ਕਰੋੜ ਰੁਪਇਆ ਅਨਯੂਟਿਲਾਈਜ਼ਡ ਜਿਹੜਾ ਹੈ ਪੰਜਾਬ ਸਰਕਾਰ ਨੂੰ ਵਾਪਸ ਕਰ ਦਿੰਦੇ ਨੇ, ਤੇ ਨਾਲ ਕਹਿੰਦੇ ਨੇ ਕਿ ਸਾਡੀ ਜਿਹੜੀ ਹੈ ਆਪਦੀ ਆਮਦਨ ਇੰਨੇ ਕਰੋੜ ਹੈ ਤੇ ਸਾਨੂੰ ਸਿਰਫ ਇੰਨੇ ਕਰੋੜ ਹੀ ਚਾਹੀਦੇ ਆ, ਤਾਂ ਕਰਕੇ ਜਿਹੜਾ ਹੈ ਹੁਣ 35 ਕਰੋੜ ਦਾ ਬਜਟ ਹੀ ਸਾਨੂੰ ਮਿਲਦਾ ਹੈ। ਨਹੀਂ ਤਾਂ 2017 ਦੇ ਵਿੱਚ 124 ਕਰੋੜ ਰੁਪਇਆ ਮਿਲਿਆ ਸੀ ਜੀ, ਉਹ ਯੂਟਿਲਾਈਜ਼ ਨਹੀਂ ਹੋਇਆ। 2017 ਔਰ 2018 ਦੇ ਵਿੱਚ ਇਹਨਾਂ ਐਮਪਲਾਈਜ਼ ਨੂੰ ਰੈਗੂਲਰ ਕਰਨ ਪਿੱਛੇ 5-5 ਕਰੋੜ ਰੁਪਏ ਦੀ ਜੋ ਗ੍ਰਾਂਟ ਆਈ ਹੈ ਉਹ ਵੀਸੀ ਸਾਹਿਬ ਨੇ ਅਨਯੂਟਿਲਾਈਜ਼ਡ ਵਾਪਸ ਭੇਜ ਦਿੱਤੀ। ਕਿਸੇ ਵੀ ਕੱਚੇ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ ਗਿਆ। ਇਹ ਜੋ ਇਹਨਾਂ ਦਾ ਬੌਧਿਕ ਮਿਆਰ ਹੈ ਉਹਦੇ ਬਾਰੇ ਦਰਸਾਉਂਦਾ ਹੈ ਕਿ ਇਹ ਕਿਸੇ ਵੀ ਚੀਜ਼ ਨੂੰ ਲੈ ਕੇ ਸੈਂਸਿਟਿਵ ਨਹੀਂ ਨੇ। ਇਹ ਨਹੀਂ ਚਾਹੁੰਦੇ ਵੀ ਕੋਈ ਗਰੀਬ ਘਰ ਦਾ ਬੱਚਾ ਜੋ ਹੈ ਚੰਗੀ ਰੋਟੀ ਖਾਵੇ ਜਾਂ ਚੰਗਾ ਇਲਾਜ ਕਰਾਵੇ। ਸਿਹਤ ਮੰਤਰੀ ਦੇ ਜਾਣ ਤੋਂ ਬਾਅਦ ਕਾਂਗਰਸ ਦੇ ਮੰਤਰੀ ਆਏ, ਇੱਥੇ ਅਕਾਲੀ ਦਲ ਦੇ ਮੰਤਰੀ ਆਏ, ਉਹਨਾਂ ਨਾਲ ਉਹਨਾਂ ਦੀ ਮੀਟਿੰਗ ਹੋਈ, ਮਿਲੇ ਉਹਨਾਂ ਨੂੰ, ਕਿਸ ਤਰ੍ਹਾਂ ਦੇਖ ਰਹੇ ਹੋ ਉਸ ਮੀਟਿੰਗ ਨੂੰ? ਇਹ ਇੱਕ ਅਫਵਾਹ ਹੈ ਕਿ ਇੱਥੇ ਕੋਈ ਮੰਤਰੀ ਆਇਆ ਜਾਂ ਕੋਈ ਵਿਰੋਧੀ ਧਿਰ ਦਾ ਕੋਈ ਲੀਡਰ ਆਇਆ। ਜਿਹੜੇ ਆਏ ਆ ਉਹ ਚਮਚਮਾਂਦੀ ਹੋਈ ਬਿਲਡਿੰਗ ਜਿਹੜੀ ਮੋਹਾਲੀ ਸਪਾਈਨ ਸੈਂਟਰ ਦੀ ਉੱਥੇ ਹੀ ਗਏ ਨੇ ਤੇ ਉੱਥੇ ਹੀ ਉਹਨਾਂ ਨੂੰ ਮਿਲ ਕੇ ਇੱਕ ਦੂਜੇ ਨੂੰ ਸੰਤਾਵਨਾ ਦਿੱਤੀ ਹੈ। ਉਹ ਸ਼ਾਇਦ ਵੀਸੀ ਸਾਹਿਬ ਨੇ ਉਹਨਾਂ ਨੂੰ ਜਿਹੜੀ ਇੰਨੀ ਕਰਾਰੀ ਹਾਰ ਮਿਲੀ ਹੈ ਉਹਦੇ ਤੇ ਸੰਤਾਵਨਾ ਦਿੱਤੀ ਹੋਊਗੀ, ਤੇ ਇਹਨਾਂ ਨੇ ਜਿਹੜੇ ਹੈ ਘੜਿਆਲੀ ਹੰਝੂ ਜਿਹੜੇ ਵੀਸੀ ਸਾਹਿਬ ਨੇ ਬਹਾਏ ਹੈ ਉਹਦੇ ਤੇ ਉਹਨਾਂ ਨੇ ਸੰਤਾਵਨਾ ਦਿੱਤੀ ਹੋਊਗੀ। ਪਰ ਮੈਂ ਤੁਹਾਨੂੰ ਤੁਹਾਡੇ ਮਾਧਿਅਮ ਤੋਂ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਜੋ ਬੰਟੀ ਰਮਾਣਾ ਸਾਹਿਬ ਫਰੀਦਕੋਟ ਦੇ ਹੁੰਦੇ ਹੋਏ ਵੀ ਉੱਥੇ ਗਏ ਨੇ ਤੇ ਫਰੀਦਕੋਟ ਹਸਪਤਾਲ ਦੇ ਮਿਆਰ ਦੇ ਬਾਰੇ ਜੋ ਉਹਨਾਂ ਨੇ ਕਿਹਾ ਕਿ ਵੀਸੀ ਸਾਹਿਬ ਨਾਲ ਮਾੜਾ ਹੋਇਆ, ਇਹ ਸਭ ਜੋ ਹੈ ਲੋਕਾਂ ਦੀ ਅੱਖਾਂ 'ਚ ਘੱਟਾ ਝੁਕਣ ਦੀ ਕੋਸ਼ਿਸ਼ ਹੈ। ਇਹ ਲੋਕਾਂ ਨਾਲ ਸਰਾਸਰ ਧੋਖਾ ਹੈ, ਕਿਉਂਕਿ ਇਹ ਜਿਹੜਾ ਹੈ ਮੁੱਦੇ ਨੂੰ ਬੇਇੱਜ਼ਤੀ ਵੱਲ ਡਾਇਵਰਟ ਕਰ ਦਿੱਤਾ ਗਿਆ ਤੇ ਲੋਕ ਹਿੱਤ ਦੇ ਜਿਹੜੇ ਮੁੱਦੇ ਜਿਨ੍ਹਾਂ ਲਈ ਅਸੀਂ ਸੰਘਰਸ਼ ਤੇ ਬੈਠੇ ਹਾਂ ਉਹਨਾਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ। ਤੁਹਾਡੀਆਂ ਮੁੱਖ ਮੰਗਾਂ ਕੀ ਨੇ? ਸਾਡੀਆਂ ਮੁੱਖ ਮੰਗਾਂ ਨੇ ਭ੍ਰਿਸ਼ਟਾਚਾਰ ਇੱਥੋਂ ਖਤਮ ਕੀਤਾ ਜਾਵੇ, ਔਰ ਸਭ ਤੋਂ ਪਹਿਲਾਂ ਜਿਹੜੀ ਹੈ ਇਸ ਭ੍ਰਿਸ਼ਟਾਚਾਰੀ ਵਾਈਸ ਚਾਂਸਲਰ ਔਰ ਐਸਵੀਸੀ ਔਰ ਫਾਈਨਾਂਸ ਅਫਸਰ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ। ਉਸ ਤੋਂ ਇਲਾਵਾ ਜਿਹੜੇ ਇੱਥੇ 58 ਸਾਲ ਤੋਂ ਉੱਪਰ ਦੇ ਗੈਰ ਕਾਨੂੰਨੀ ਨਿਯੁਕਤੀਆਂ ਹੋਈਆਂ ਨੇ ਉਹਨਾਂ ਨੂੰ ਜਿਹੜਾ ਹੈ ਤੁਰਦਾ ਕੀਤਾ ਜਾਵੇ। ਸਾਡੇ ਜਿਹੜੇ ਕੱਚੇ ਕਾਮੇ ਨੇ ਉਹਨਾਂ ਨੂੰ ਪੱਕਾ ਕਰਨ ਲਈ ਜੋ ਪੰਜਾਬ ਸਰਕਾਰ ਕਰ ਰਹੀ ਹੈ ਉਹ ਜਲਦ ਤੋਂ ਜਲਦ ਕਰਕੇ ਇਹਨਾਂ ਨੂੰ ਪੱਕੇ ਕੀਤਾ ਜਾਵੇ, ਤਾਂ ਜੋ ਇਹਨਾਂ ਦੇ ਘਰਾਂ ਵਿੱਚ ਵੀ ਚੁੱਲ੍ਹਾ ਜਿਹੜਾ ਹੈ ਉਹ ਰੈਗੂਲਰ ਬਲ ਸਕੇ, ਇਹਨਾਂ ਦੇ ਬੱਚੇ ਵੀ ਜਿਹੜੀ ਹੈ ਮਿਆਰੀ ਸਿੱਖਿਆ ਲੈ ਸਕਣ। ਨਾਲ ਦੀ ਨਾਲ ਜਿਹੜੀ ਸਾਡੀ ਪ੍ਰਮੋਸ਼ਨ ਦਾ ਇਸ਼ੂ ਹੈ ਜਾਂ ਸਾਡੇ ਸੈਲਰੀ ਦੇ ਇਸ਼ੂ ਹੈਗੇ ਆ ਉਹਨਾਂ ਨੂੰ ਜਿਹੜਾ ਪ੍ਰਾਇੋਰਟੀ ਤੇ ਸੈਟਲ ਕੀਤਾ ਜਾਵੇ, ਕਿਉਂਕਿ ਜੋ ਇੱਥੇ ਭ੍ਰਿਸ਼ਟਾਚਾਰ ਵਿਆਪਤ ਸੀ ਉਹ ਜਿਹੜੇ ਪੈਸੇ ਦੇ ਦਿੰਦੇ ਸੀ ਉਹਨਾਂ ਦੀ ਪ੍ਰਮੋਸ਼ਨਾਂ ਹੋ ਜਾਂਦੀਆਂ ਸੀ, ਜਾਂ ਜਿਹੜੇ ਚਹੇਤੇ ਸੀ ਉਹਨਾਂ ਨੂੰ ਸਾਲ 'ਚ 2-2 ਵਾਰ ਵੀ ਪ੍ਰਮੋਸ਼ਨਾਂ ਮਿਲ ਜਾਂਦੀਆਂ ਸੀ, ਪਰ ਜਿਹੜੇ ਜਿਨ੍ਹਾਂ ਦੇ ਬਣਦੇ ਹੱਕ ਉਹਨਾਂ ਨੂੰ ਬਣਦੇ ਹੱਕ ਨਹੀਂ ਦਿੱਤੇ ਜਾਂਦੇ। ਸਿਹਤ ਮੰਤਰੀ ਨੇ ਤੁਹਾਨੂੰ ਮੀਟਿੰਗ ਲਈ ਸੱਦਾ ਦਿੱਤਾ ਸੀਗਾ, ਹੁਣ ਕਹਿ ਕੇ ਗਏ ਸੀਗੇ ਵੀ ਮੈਂ ਇਹਨਾਂ ਨੂੰ ਮੀਟਿੰਗ ਲਈ ਬੁਲਾ ਲਿਆ। ਜੀ ਇਹ ਮੀਟਿੰਗ ਵਾਸਤੇ ਕੀ ਹੋਇਆ? ਬੁੱਧਵਾਰ ਨੂੰ ਮੀਟਿੰਗ ਲਈ ਬੁਲਾਇਆ ਗਿਆ ਹੈ। ਸਾਨੂੰ ਕਿਹਾ ਗਿਆ ਸੀ ਕਿ ਤੁਸੀਂ ਬੁੱਧਵਾਰ ਨੂੰ ਜਿਹੜਾ ਹੈ 12 ਵਜੇ ਤੱਕ ਸੈਕਟਰੀਏਟ ਪਹੁੰਚੋ, ਅਸੀਂ ਉੱਥੇ ਤੁਹਾਡੇ ਨਾਲ ਮੁਲਾਕਾਤ ਕਰਾਂਗੇ। ਅਸੀਂ ਸਾਰੇ ਸਬੂਤ ਲੈ ਕੇ ਤਿਆਰ ਹਾਂ, ਅਸੀਂ ਸਾਰੇ ਸਬੂਤ ਉਹਨਾਂ ਨਾਲ ਸਾਹਮਣੇ ਰੱਖਾਂਗੇ ਕਿ ਜਿਹੜੇ ਭ੍ਰਿਸ਼ਟਾਚਾਰ ਤੇ ਨਕੇਲ ਪਾ ਕੇ ਤੇ ਕੋਈ ਕਮੇਟੀ ਤਿਆਰ ਕੀਤੀ ਗਈ ਹੈ ਉੱਥੇ ਜਾਣ ਵਾਸਤੇ ਕੋਈ ਬੰਦਿਆਂ ਦੀ? ਸਾਡੇ ਜਿਹੜੇ EMPLOYEE ਐਸੋਸੀਏਸ਼ਨ ਜਿਹੜੀ ਹੈਗੀ ਹੈ ਇਹਦੇ ਜਿਹੜੇ ਹੈ ਨੁਮਾਇੰਦੇ ਉੱਥੇ ਜਾਣਗੇ ਜੀ। ਤੁਹਾਡਾ ਕੀ ਕਹਿਣਾ? ਮੇਰਾ ਇਹ ਕਹਿਣਾ ਜੀ, ਮੈਂ ਇੱਥੋਂ ਦਾ EMPLOYEE ਹਾਂ। ਮੇਰਾ 2019 ਦੇ ਵਿੱਚ ਐਕਸੀਡੈਂਟ ਹੋ ਗਿਆ ਸੀਗਾ ਤੇ ਮੈਨੂੰ ਇੱਥੇ ਇੱਕ ਵਾਰਡ ਦੇ ਵਿੱਚ ਐਡਮਿਟ ਕੀਤਾ ਗਿਆ। 3 ਦਿਨ ਮੈਂ ਐਡਮਿਟ ਰਿਹਾ। ਉੱਥੇ ਮੇਰੀ ਕੋਈ ਜ਼ਿਆਦਾ ਸਾਰ ਨਹੀਂ ਲਈ ਗਈ ਤੇ ਮੇਰੀ ਜਿਹੜੀ ਬੈੱਡ ਦੀ ਸ਼ੀਟ ਸੀ ਉਹਦੇ ਉੱਤੇ ਮੈਂ ਇਲੈਕਟ੍ਰੀਕਲ ਬਰਨ ਸੀ ਤੇ ਮੇਰੀ ਬੈੱਡ ਦੀ ਸ਼ੀਟ ਦੇ ਉੱਪਰ ਇੱਕ ਹਿਸਾਬ ਦੇ ਜੀ ਚੱਲ ਗਏ ਸੀ ਤੇ ਜਿਹੜੇ ਹਿਸਾਬ ਨਾਲ ਇੱਥੋਂ ਦੇ ਉਪ ਕੁਲਪਤੀ ਡਾਕਟਰ ਰਾਜ ਬਹਾਦਰ ਸੀਗੇ, ਮੇਰਾ ਇੱਕ ਵਾਰੀ ਵੀ ਪਤਾ ਲੈਣ ਨਹੀਂ ਆਏਗੇ ਵਾਰਡ ਦੇ ਵਿੱਚ। ਮੈਂ ਉਹਨਾਂ ਦੀ OT ਦੇ ਵਿੱਚ ਕੰਮ ਕਰਦਾ, ਮੇਨ ਆਪਰੇਸ਼ਨ ਥੀਏਟਰ ਦੇ ਵਿੱਚ ਮੈਂ ਕੰਮ ਕਰਦਾ। ਉੱਥੇ ਉਹਨਾਂ ਨੂੰ ਵੀ ਪਤਾ ਸੀਗਾ ਕਿ ਮੇਰੇ ਨਾਲ ਇਹ ਸਾਥੀਆਂ ਨੇ ਦੱਸਤਾ ਸੀਗਾ ਵੀ ਮੇਰੇ ਨਾਲ ਇਹ ਐਕਸੀਡੈਂਟ ਹੋ ਗਿਆ, ਬਟ ਮੇਰੇ ਸਾਥੀਆਂ ਦੀ ਜਾਂ ਮੇਰੇ ਹਸਪੀਟਲ ਦੇ EMPLOYEES ਦੀ ਇਹ
ਦਿਲੀ ਇੱਛਾ ਸੀਗੀ ਕਿ ਵੀ ਮੈਨੂੰ ਇੱਥੋਂ ਬਚਾਇਆ ਜਾਵੇ। ਉਹ ਵੱਲੋਂ ਤੁਹਾਡੀ ਕੋਈ ਵਿੱਤੀ ਸਹਾਇਤਾ ਕੀਤੀ ਗਈ? ਨਹੀਂ, ਪ੍ਰਸ਼ਾਸਨ ਵੱਲੋਂ ਕੀ, ਮੇਰੀ ਤਾਂ ਵੀਸੀ ਸਾਹਿਬ ਵੱਲੋਂ ਵੀ ਨਹੀਂ ਕੋਈ ਵਿੱਤੀ ਸਹਾਇਤਾ ਕੀਤੀ ਗਈ। ਉਹ ਸੈਲਰੀ ਵੀ ਨਹੀਂ ਮੇਰੀ ਤਾਂ ਉਹਨਾਂ ਨੇ ਦਿੱਤੀ। ਮੈਂ 6 ਮਹੀਨੇ ਬੈੱਡ ਤੇ ਰਿਹਾ ਸੀ, ਮੇਰੇ ਕਾਫੀ ਬਰਨ ਹੋ ਗਿਆ ਸੀ, ਫੁੱਲ ਬੋਡੀ ਬਰਨ ਹੈ ਮੇਰੀ। ਤੇ ਮੈਂ ਇੱਕ ਦੋ ਵਾਰੀ ਇਹਨਾਂ ਨੂੰ ਬਿੱਲ ਪਾਸ ਕਰਵਾਉਣ ਦੀ ਵੀ ਮਿਹਨਤ ਕੀਤੀ ਸੀਗੀ। ਇਹ ਆਪਣਾ ਏਜੰਡਾ ਲੈ ਕੇ ਆਪਣੀ ਕਮੇਟੀ ਕੋਲ ਚਲੇ ਜਾਂਦੇ ਸੀ। ਉਹ ਕਹਿੰਦੇ ਸੀ ਉਹਨਾਂ ਨੇ ਮਨਾ ਕਰਤਾ। ਮੈਂ ਇੱਕ ਆਮ ਘਰ ਦਾ ਪੁੱਤ ਹਾਂ, ਮੈਂ ਮੇਰੀ ਰੋਜੀ ਰੋਟੀ ਮਸਾਂ ਹੀ ਚੱਲ ਰਹੀ ਸੀਗੀ। ਮੇਰਾ ਐਕਸੀਡੈਂਟ ਹੋਣ ਕਰਕੇ ਮੈਨੂੰ ਬਹੁਤ ਔਖਾ ਹੋ ਗਿਆ ਸੀ, ਪਰ ਇਹ ਵੀਸੀ ਸਾਹਿਬ ਨੇ ਮੇਰੀ ਕੋਈ ਹੈਲਪ ਨਹੀਂ ਕੀਤੀ, ਕਿਸੇ ਵੀ ਟਾਈਪ ਦੀ ਕੋਈ ਹੈਲਪ ਨਹੀਂ ਕੀਤੀ। ਹਾਲਾਂਕਿ ਮੈਂ ਇਸ ਟਾਈਮ ਵੀ ਇੱਥੇ ਯੂਨੀਵਰਸਿਟੀ ਦੇ ਵਿੱਚ ਕੰਮ ਕਰ ਰਿਹਾ, ਅਪਲਾਈ ਐਜ਼ ਆ OTA ਕੰਮ ਕਰ ਰਿਹਾ ਇੱਥੇ। ਪਰ ਮੈਂ ਇਹ ਰਾਜਾ ਵੜਿੰਗ ਸਾਹਿਬ ਜੀ ਨੂੰ ਵੀ ਇਹ ਬੇਨਤੀ ਕਰਨੀ ਚਾਹੁੰਦਾ ਕਿ ਜਿਨ੍ਹਾਂ ਦੇ ਤੁਸੀਂ ਹਮਦਰਦ ਬਣੇ ਫਿਰਦੇ ਹੋ, ਤੁਸੀਂ ਆਪਣਾ ਬੱਚਾ ਜਾਂ ਆਪਣਾ ਕੋਈ ਰਿਲੇਟਿਵ ਇੱਕ ਵਾਰ ਆਪਣੇ ਕਿਸੇ ਵੀ ਵਾਰਡ ਦੇ ਵਿੱਚ, ਇਹ ਨਹੀਂ ਇਕੱਲੇ ਸਕਿਨ ਵਾਰਡ ਦੇ ਵਿੱਚ, ਕਿਸੇ ਵੀ ਵਾਰਡ ਦੇ ਵਿੱਚ ਇੱਕ ਦਿਨ ਐਡਮਿਟ ਕਰੋ। ਜਿਹੜੇ ਵੀ ਉੱਥੋਂ ਦੇ ਬਾਥਰੂਮ ਹੈ ਉਹਨਾਂ ਦੇ ਵਿੱਚ ਇੱਕ ਵਾਰੀ ਤੁਸੀਂ ਜ਼ਰੂਰ ਬਾਥਰੂਮ ਕਰਕੇ ਆਓ। ਤੁਸੀਂ ਬਿਮਾਰੀ ਇੱਕ ਲੈ ਕੇ ਆਉਂਦੇ ਤਾਂ 10 ਲੈ ਕੇ ਜਾਓਗੇ। ਮੈਂ ਇਹੀ ਕਹਿਣਾ ਚਾਹੁੰਦਾ ਕਿ ਸਿਆਸੀ ਰੋਟੀਆਂ ਨਾ ਸੇਕੋ, ਤੁਸੀਂ ਜ਼ਮੀਨ ਲੈਵਲ ਤੇ ਆਓ। ਤੁਹਾਡਾ ਮੁਕਤਸਰ ਤੋਂ ਰਾਹ 'ਚ ਜਾਂਦਿਆਂ ਫਰੀਦਕੋਟ ਪੈਂਦਾ, ਇੱਕ ਵਾਰੀ ਤੁਸੀਂ ਜ਼ਰੂਰ ਇੱਥੋਂ ਦੇ ਮੈਡੀਕਲ ਦੇ ਵਿੱਚ ਨਾ ਆਪਣਾ ਵਿਜ਼ਿਟ ਜ਼ਰੂਰ ਕਰੋ। ਤੁਹਾਨੂੰ ਪਤਾ ਲੱਗੇਗਾ ਵੀ ਇੱਥੋਂ ਦੀਆਂ ਕੀ ਕਮੀਆਂ ਨੇ।